ਤੇ ਉਧਰੋਂ ਬਾਹਰੋਂ ਤੁਹਾਨੂੰ ਪਤਾ ਕੁੱਤੇ ਬਾਹਰੋਂ ਦੌੜਦਾ ਆਇਆ ਤੇ ਇਹਨੂੰ ਉਹਨੇ ਪਹਿਲੇ ਲੱਤ ਨੂੰ ਫੜਿਆ, ਇਹਨੇ ਲੱਤ ਆਪਣੀ ਬਚਾਈ ਏ, ਫਿਰ ਉਹਨੇ ਲੱਤ ਬਚਾਈ ਤੇ ਫਿਰ ਉਹ ਸਿਰ ਨੂੰ ਪੈ ਗਿਆ, ਯਾਨੀ ਕਿ ਉਹ ਬੈਠੇ ਨੂੰ ਉਹਨੇ ਫੜਿਆ, ਫੜ ਕੇ ਉਹਨੇ ਇੱਥੋਂ ਕੱਟ ਦਿੱਤਾ, ਯਾਨੀ ਕਿ ਪਹਿਲੇ ਲੱਤ ਨੂੰ ਪਿਆ ਉਹਨੇ ਉਹ ਬਚਾਈ, ਫਿਰ ਉਹਨੇ ਮੱਥੇ ਤੇ ਦੰਦ ਲੱਗੇ ਨੇ ਉਹ ਬਚਾਏ ਨੇ, ਫਿਰ ਉਹਦੇ ਮੂੰਹ ਨੂੰ ਪੈ ਗਿਆ, ਮੂੰਹ ਨੂੰ ਵੀ ਜਦੋਂ ਇਸ ਤਰ੍ਹਾਂ ਬੰਦੇ ਨੇ ਫੜਿਆ ਹੋਵੇ ਨਾ ਫਿਰ ਇੰਜ ਕੱਟਿਆ, ਇੰਨੀ ਗੋਟੀ ਲਾ ਅੱਲਾ ਦੇ ਬੰਦੇ। ਜਦੋਂ ਮੈਂ ਇੱਥੋਂ ਤਹਿਸੀਲ ਹਰਕਵਾਟਰ ਲੈ ਗਿਆ ਉੱਥੇ ਕਿਰਾਇਆ ਵੀ ਲਾ ਗਿਆ, ਉਹਦਾ ਮੂੰਹ ਵਲੇਟ ਕੇ ਖੜਿਆ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਜ਼ਖਮੀ ਹੈ। ਪਰ ਰਿਸ਼ਕੇ ਵਾਲਾ ਨਹੀਂ ਬਿਠਾਉਂਦਾ नहीं बिठाता, कोई मोटरसाइकिल वाला नहीं बिठाता। नाजरीन, आज मरीदके के इलाके 33 चक में आए हम। हमारे साथ वो भाई मौजूद हैं जिनके बड़े भाई को कुत्ते ने काट लिया, हल्के कुत्ते ने काटा, और वो अपनी ज़िंदगी की बाजी 22 दिनों के बाद वो अपनी ज़िंदगी की बाजी हार गए। आज इनके साथ चल के इनका घर देखते हैं, वो कमरा भी देखेंगे जहाँ इनके भाई आमिर शहजाद को रखा गया, और पहले तो वो कमरा देखेंगे हम जहाँ आमिर शहजाद के लिए वो कमरा तैयार करवाया गया, जहाँ शादी के बाद आमिर शहजाद को रहना था। अस्सलाम वालेकुम। वालेकुम सलाम। भाईजान, जरा सानू आमिर शहजाद दा जिहड़ा कमरा तुसी तैयार करवाना सी ਉਹ ਸਾਨੂੰ ਕਮਰਾ ਤੇ ਦਿਖਾਇਆ। ਇਹ ਕਮਰਾ ਉਹਨਾਂ ਵਾਸਤੇ ਬਣਾਇਆ ਸੀ, ਠੀਕ ਹੈ, ਤੇ ਇਹ ਕਮਰਾ ਤਿਆਰ ਹੋ ਜਾਏਗਾ, ਫਿਰ ਉਹਦੀ ਸ਼ਾਦੀ ਕਰਾਂਗੇ। ਠੀਕ ਤੇ ਇਹ ਕਮਰਾ ਬਣ ਗਿਆ ਹੁੰਦਾ। ਆ ਜਾਏ ਅੰਦਰ ਆ ਜਾਏ। ਕਮਰਾ ਮੈਂ ਤਿਆਰ ਕਰਵਾ ਦਿੱਤਾ ਸੀ, ਬਾਹਰ ਐਵੇਂ ਕੋਈ ਮਹੀਨਾ ਦੋ ਹੀ ਹੈ ਨੇ, ਛੱਤ ਛੁੱਤ ਵੀ ਨਵੀਂ ਤੁਹਾਡੇ ਸਾਹਮਣੇ ਪਾਈ। ਠੀਕ ਹੈ, ਤੇ ਮੈਂ ਕਿਹਾ ਅੱਗ ਵੀ ਸਰਦੀਆਂ ਰੋਦਿਆਂ ਦਾ ਸੀਜ਼ਨ ਲਾ ਕੇ ਆਪਾਂ ਤਾਂ ਦਰਵਾਜ਼ਾ ਲਾ ਲਾਂਗੇ, ਬਾਹਰ ਦਾ ਦਰਵਾਜ਼ਾ ਲੱਗਣ ਵਾਲਾ ਹੈ, ਉਹ ਲੱਗ ਜਾਏਗਾ, ਬਾਅਦ ਚ ਤੇਰਾ ਕੋਈ ਆਪਾਂ ਰਿਸ਼ਤਾ ਲੱਭ ਕੇ ਤੇ शादी कर देंगे। आमिर शहजाद घर वालों के साथ किस तरह रहता था, कितनी उम्र थी उसकी? 45 ਸਾਲ ਉਹਦੀ ਉਮਰ ਸੀ, ਤੇ ਕਦੀ ਉਹਨੇ ਕਿਸੇ ਨੇ ਗਾਲ ਵੀ ਕੱਢ ਦਿੱਤੀ, ਮਜ਼ਾਕ ਹੀ ਕਰ ਦਿੱਤਾ ਨਾ, ਉਹਨੇ ਕਦੀ ਐਵੇਂ ਮੁਸਕਰਾ ਕੇ ਜਵਾਬ ਦੇਣਾ ਕਿ ਯਾਨੀ ਕਿ ਉਹਨੇ ਕਦੀ ਉਫ ਤੱਕ ਨਹੀਂ ਕੀਤੀ। ਭਤੀਜੀਆਂ ਭਰਾਵਾਂ ਨੇ ਵੀ ਕਹਿ ਦਿੱਤਾ, ਭਤੀਜੀਆਂ ਮਜ਼ਾਕ, ਯਾਨੀ ਕਿ ਹਰ ਬੰਦਾ ਉਹਦਾ ਦੋਸਤ ਸੀ। ये वाकया किस तरह पेश आया, ये क्या मामलात हुए कि आमिर शहजाद जिंदगी की बाजी हार गए? ਇਹ ਗਿਆ ਜਿੱਦਣ ਇਹਨਾਂ ਨੂੰ ਜ਼ਖਮ ਹੁੰਦਾ ਹੈ ਨਾ, ਇਹ ਲਾਹੌਰੋਂ ਆਉਂਦੇ ਨੇ ਕੰਮ ਤੋਂ ਘਰ, ठीक है, ਪਿਛਲੇ ਟਾਈਮ ਜਾ ਕੇ ਬਾਹਰ ਦੀ ਸਾਈਡ ਤੇ ਬੈਠ ਜਾਂਦੇ ਨੇ, ਤੇ ਉਧਰੋਂ ਬਾਹਰੋਂ ਤੁਹਾਨੂੰ ਪਤਾ ਕੁੱਤੇ ਬਾਹਰੋਂ ਦੌੜਦਾ ਆਇਆ, ਤੇ ਇਹਨੂੰ ਉਹਨੇ ਪਹਿਲੇ ਲੱਤ ਨੂੰ ਫੜਿਆ, ਇਹਨੇ ਲੱਤ ਆਪਣੀ ਬਚਾਈ ਏ, ਫਿਰ ਉਹਨੇ ਲੱਤ ਬਚਾਈ ਤੇ ਫਿਰ ਉਹ ਸਿਰ ਨੂੰ ਪੈ ਗਿਆ, ਸਿਰ ਬਚਿਆ, ਫਿਰ ਇਹਨੇ ਇਸ ਤਰ੍ਹਾਂ ਗਰਦਨ ਉਹਦੀ ਫੜ ਲਈ, ਕੁੱਤੇ ਦੀ ਗਰਦਨ ਫੜੀ ਏ, ਤੇ ਫਿਰ ਇਹਨੇ ਆਪਣੇ ਵੱਲੋਂ ਜੁੱਤੀ ਲਾਉਣ ਲੱਗਾ, ਇੱਕ ਪੈਰ ਜੁੱਤੀ ਲਾਈ ਤੇ ਲਾਂਦੇ ਇੱਕ ਪੈਰ ਢਿੱਲਾ ਹੋਇਆ ਤੇ ਉਹਦੇ ਮੂੰਹ ਨੂੰ ਵੱਢ ਗਿਆ। आमिर शहजाद के मुंह को यहाँ से काटा? हाँ, यहाँ से काटा। अच्छा, मुझे बताएं, जिस कुत्ते ने काटा है आमिर शहजाद को, वो कुत्ता इसी गांव का था या कहीं बाहर से आया? बाहर से। वो सड़क नहीं दौड़ता हुआ उधर से आ रहा था, इधर से आ रहा, यानी कि उधरों आया ना दूसरी साइड तो उधरों आके ते उन्हें यानी कि बैठे उन्हें फड़िया, फड़ के उन्हें इतों कट दिता, यानी कि पहले ਲੱਤ ਨੂੰ ਪਿਆ, ਉਹਨੇ ਉਹ ਬਚਾਈ, ਫਿਰ ਉਹਨੇ ਮੱਥੇ ਤੇ ਦੰਦ ਲੱਗੇ ਨੇ ਉਹ ਬਚਾਏ ਨੇ, ਫਿਰ ਉਹਦੇ ਮੂੰਹ ਨੂੰ ਪੈ ਗਿਆ, ਮੂੰਹ ਨੂੰ ਵੀ ਜਦੋਂ ਇਸ ਤਰ੍ਹਾਂ ਬੰਦੇ ਨੇ ਫੜਿਆ ਹੋਵੇ ਨਾ ਫਿਰ ਇੰਜ ਕੱਟਿਆ, ਇੰਨੀ ਗੋਟੀ ਲਾ ਗਿਆ। अच्छा, मुझे बताइएगा कि आपको कितने दिन बाद ये पता लगा कि जिस कुत्ते ने काटा है वो हल्का हुआ है कुत्ता, उसको जहर चढ़ा हुआ है? ਉਸੇ ਦਿਨ ਹੀ ਸਾਨੂੰ ਪਤਾ ਸੀ, ਯਾਨੀ ਕਿ ਇਹ ਸਾਰੇ ਇਹ ਇਕੱਲੇ ਨੂੰ ਨਹੀਂ ਕੱਟਿਆ, ਕਿੰਨੇ ਬੰਦਿਆਂ ਨੂੰ ਵੜਦਾ ਗਿਆ ਤੇ ਸਾਰਿਆਂ ਨੂੰ ਪਤਾ ਹੈ ਕਿ ਇਹ ਹਲਕਾ ਹੈ, ਤੇ ਅਸੀਂ ਲੈ ਗਏ ਤਹਿਸੀਲ ਹੈਡਕੁਆਟਰ। ਠੀਕ ਹੈ, ਤਹਿਸੀਲ ਹੈਡਕੁਆਟਰ ਅਗਲੇ ਬੰਦੇ ਨੂੰ ਇੰਜ ਘੱਲਦਾ ਜਿਵੇਂ ਅਗਲੇ ਨੂੰ ਇੰਜ ਬਸ ਜਾਣਾ ਹੈ ਤਾਂ ਉਹਨਾਂ ਕਹਿਣਾ ਇਹ ਅਗਲੇ ਘਰ ਜਾਓ, ਬਸ कोई मदद नहीं की थी? ਮਦਦ ਉਹਨਾਂ ਕੀ ਕਰਨੀ, ਬਸ ਦੇਖੋ ਤੇ ਮਦਦ ਤੇ ਹੁੰਦੀ ਨਾ, ਡਾਕਟਰਾਂ ਦਾ ਕੰਮ ਕੀ ਹੈ, ਬੰਦਾ ਜਿੰਨੇ ਦਾ ਮਰਜ਼ੀ ਮਰੀਜ਼ ਹੋਵੇ, ਉਹਦਾ ਕੰਮ ਹੈ ਕਿ ਉਹਨੂੰ ਸਹੀ ਤਰੀਕੇ ਨਾਲ ਉਹਨੂੰ ਚੈੱਕ ਕਰਨਾ। अच्छा, मुझे बताइएगा कि जब कुत्ते ने काटा था हालत कैसी थी आमिर शहजाद की? ਦੇਖੋ ਹਾਲਤ ਉਹਦੀ ਬੜੀ ਖਰਾਬ ਸੀ, ਜਦੋਂ ਉਹ ਆਇਆ ਨਾ ਇਸ ਤਰ੍ਹਾਂ ਨੇ ਕੱਪੜਾ ਰੱਖਿਆ ਸੀ, ਘਰ ਅੱਪੀ ਆਇਆ, ਲੋਕਾਂ ਨੇ ਦੇਖਿਆ ਉਹਨੂੰ, ਵੇਖਿਆ ਤੇ ਆਇਆ ਇੰਜ ਤੇ ਇੱਥੇ ਆਇਆ ਤੇ ਉਹਨੇ ਕੱਪੜਾ, ਮੈਂ ਘਰ ਨਹੀਂ ਸਾਂ, ਬੇਗਮ ਮੇਰੀ ਦੇਖ ਇੱਥੇ ਉਹਨੇ ਕੱਪੜਾ ਰੱਖਿਆ, ਜਦੋਂ ਉਹਨੇ ਕੱਪੜਾ ਲਾਇਆ ਤੇ ਬੱਚੇ ਵੀ ਰੋਣ ਲੱਗ ਪਏ, ਹਰ ਬੰਦਾ ਪਰੇਸ਼ਾਨ ਹੋ ਗਿਆ ਕਿ ਇਹ ਤੇ ਕੀ ਬਣ ਗਿਆ, ਖੂਨੋ ਖੂਨ ਸੀ ਸਾਰਾ, ਤੇ ਫਿਰ ਜ਼ਾਹਰ ਹੈ ਭਰਾ ਸੀ, ਭਤੀਜਿਆਂ ਨਾਲ ਲੈ ਕੇ ਤੇ ਹਸਪਤਾਲ ਲੈ ਗਿਆ ਨੇ, ਠੀਕ ਹੈ, ਹਸਪਤਾਲ ਲੈ ਗਏ ਨੇ, ਤੇ ਤਹਿਸੀਲ ਹੈਡਕੁਆਟਰ ਨਾਲ ਤੁਹਾਨੂੰ ਪਤਾ ਬੀਬੀਆਂ ਕਿਤੇ ਬੈਠੀਆਂ ਹੁੰਦੀਆਂ, ਬੰਦੇ ਕਿਤੇ ਬੈਠੇ ਹੁੰਦੇ, ਜਿੱਥੇ ਐਮਰਜੈਂਸੀ ਉੱਥੇ ਬੰਦਾ ਹੀ ਕੋਈ ਨਹੀਂ ਹੈ, ਜੇ ਘੇਰ ਘੂਰ ਕੇ ਲਿਆਂਦੇ ਨੇ, ਕੋਈ ਮੋਬਾਈਲ ਫੜਿਆ, ਕੋਈ ਇੰਜ ਫੜਿਆ, लम्हा फिक्रिया। यहाँ पे आपको बताते चलें कि जब आमिर शहजाद को हॉस्पिटल ले जाया गया तो वहाँ पे इमरजेंसी बनाई जाती है जो हॉस्पिटल के अंदर, उसमें बंदा ही कोई नहीं था। कोई नहीं था, ये है ही नहीं। उधर किसी ने बीबी ਨੂੰ ਫੜ ਕੇ ਲਿਆਂਦਾ ਤੇ ਰੋਲਾ ਪਾਇਆ ਤੇ ਕੋਈ ਆਇਆ ਤੇ ਫਿਰ ਉਹਨਾਂ ਨੇ ਵੇਖਿਆ ਇਹਨਾਂ ਦਾ ਕੰਮ ਹੈ ਕਿ ਉਹਨੂੰ ਅੱਛੇ ਤਰੀਕੇ ਨਾਲ ਚੈੱਕ ਕਰਨਾ, ਯਾਰ ਜਿੰਜ ਦਾ ਹੀ ਮਰੀਜ਼ ਉਹਨੂੰ ਚੈੱਕ ਤੇ ਕਰਨ ਅੱਛੇ ਤਰੀਕੇ ਨਾਲ। अच्छा, आमिर शहजाद को जब कुत्ते ने काटा है, मुझे ये बताइएगा कि
उसी वक्त जहर असर करना शुरू हो गया या नहीं नहीं कितनी देर बाद जहर ने असर किया? ਇਹਨੂੰ 21 ਦਿਨਾਂ ਬਾਅਦ ਮਸਲਾ ਆਇਆ। 21 ਦਿਨ ਉਹ ਇੰਜ ਰਿਹਾ ਜਿਵੇਂ ਉਹਨੂੰ ਪਤਾ ਹੀ ਨਹੀਂ ਹੈ, ਯਾਨੀ ਕਿ ਜ਼ਖਮ ਹੁੰਦਾ ਸਹੀ ਹੋਣ ਰਿਹਾ ਸੀ। ਅਸੀਂ ਗਏ ਇੱਥੇ, ਇਹਨਾਂ ਜੋ ਕਰਨਾ ਸੀ ਐਵੇਂ ਮਾੜੀ ਟਾਕੀ ਟੂਕੀ ਲਾ ਕੇ ਟੀਕਾ ਦੋ ਲਾਏ ਹੋਣਗੇ, ਫਿਰ ਇਹਨਾਂ ਮੈਂ ਹਸਪਤਾਲ ਘੱਲ ਦਿੱਤਾ। ਉੱਥੇ ਅਸੀਂ 50 ਕੁ ਬੰਦਿਆਂ ਕੋਲ ਫਿਰੇ ਸਾਰੀ ਰਾਤ, ਕਦੀ ਕਿਸੇ ਕੋਲ ਜਾ ਕੋਈ ਮੈਡਮ ਦਾ ਦਰਵਾਜ਼ਾ ਖੜਕਾ, ਉਹ ਐਡਾ ਟੱਚ ਮੋਬਾਈਲ ਫੜਿਆ ਹੁੰਦਾ ਅੰਦਰ ਬੈਠੀਆਂ ਨੇ ਜੀ, ਉਹ ਫਲਾਣੇ ਨੂੰ ਫੋਨ ਕਰ, ਉਹ ਤੇ ਫੋਨ ਕਰਕੇ ਤੇ ਦੂਸਰੇ ਨਾਲ ਜਿਵੇਂ ਮਸ਼ਵਰਾ ਕਰਦੇ ਨੇ। ਉਹ 5 ਡਾਕਟਰ ਬਹਿ ਕੇ ਕੱਖ ਵੀ ਨਹੀਂ ਜੀ, ਇਹਨੂੰ ਕੱਖ ਵੀ ਨਹੀਂ ਹੈ, ਇਹਦਾ ਨਾ ਸਰਜਰੀ ਹੋਣੀ ਹੈ ਨਾ ਇਹਨੂੰ ਕੋਈ ਟਾਂਗਾ ਲੱਗਣਾ ਹੈ, ਇੱਕ ਟੀਕਾ ਲਾ ਦਿਓ, ਲਾ ਦਿੱਤਾ ਜੀ, ਜਾ ਕੇ ਘਰ ਲੈ ਜਾਓ, ਉਹਨੂੰ ਵਾਸ਼ ਕਰੋ ਜਾ ਕੇ। ਠੀਕ ਹੈ ਵਾਸ਼ ਕਰੋ, ਕੋਈ ਦਵਾਈਆਂ ਵੀ ਤਾਂ ਹੁੰਦੀਆਂ, ਕੋਈ ਮਸ਼ਵਰਾ ਅੱਛੇ ਤਰੀਕੇ ਨਾਲ ਦਿੰਦਾ ਵੀ ਤੁਸੀਂ ਨਹੀਂ ਲਾ ਇੱਥੋਂ ਨਹੀਂ ਲੱਗਣਾ, ਅਗਲੇ ਕੋਲ ਲਵਾ ਲਓ, ਅਗਲੇ ਕੋਲ ਨਹੀਂ ਤੇ ਕਾਹਦੇ ਵਾਸਤੇ ਹਸਪਤਾਲ ਬਣ आप उसी दिन घर वापस आ गए लाहौर से? ਨਹੀਂ। ਉਹ ਸਾਰੀ ਰਾਤ ਫਿਰਦੇ ਰਹੇ, ਉਹਨਾਂ ਕੇ ਸਵੇਰ ਸਰਜਰੀ ਵਾਲੇ ਡਾਕਟਰ ਆਣਗੇ, ਉਹ ਤੁਹਾਨੂੰ ਸਵੇਰ ਅੱਛੇ ਤਰੀਕੇ ਨਾਲ ਵੇਖਣਗੇ। सुबह तक चाहे बंदा मर जाए। ਇਹ ਦੇਖਣ ਮੈਂ ਸਵੇਰ ਸਿੱਧਾ ਬੈਠੇ ਰਹੇ ਹਾਂ ਉੱਥੇ, ਮੈਂ ਹਸਪਤਾਲ ਬੈਠੇ ਰਹੇ ਹਾਂ। ਫਿਰ ਸਵੇਰ 10 ਵਜੇ ਸਿੱਧਾ ਫਿਰ ਉਹਨਾਂ ਨੂੰ ਮਿਲੇ ਸਰਜਰੀ ਡਾਕਟਰ ਵਾਲਿਆਂ ਨੂੰ, ਉਹ ਘੜੀ ਵਾਲੀ ਵਾਰਡ ਤੇ ਇਹਦੇ ਸਾਹਮਣੇ, ਵੀ ਵੇਖਿਆ ਹੀ ਹੋਏਗਾ, बिल्कुल बिल्कुल। ਵੇਖਿਆ ਨਾ। ਉੱਥੇ ਗਏ ਹਾਂ, ਉੱਥੇ ਫਿਰ ਉਹਨਾਂ 1-2 ਵਾਰੀ ਵੇਖਿਆ, ਬਸ ਉਹਨਾਂ ਵੀ ਕੱਖ ਨਹੀਂ ਕਿਹਾ ਜੀ ਇਹਦਾ ਕੁਝ ਨਹੀਂ ਹੋਣਾ, ਆ ਉਹ ਜਿਵੇਂ 4 ਕੁ ਗੋਲੀਆਂ ਦੇ ਦਿੰਦੇ ਨੇ, ਆ ਜਾ ਕੇ ਨੂੰ ਸਿਰਫ ਰੂਣਾ ਸਾਫ਼ ਕਰਨਾ ਤੁਸੀਂ, ਤੂੰ ਕੱਖ ਨਹੀਂ, ਉਹ ਡਾਕਟਰ ਉਹਨੇ ਕੱਖ ਨਹੀਂ ਕਰਨਾ, ਮੈਂ ਜਾ ਕੇ ਕਰਨਾ, ਮੈਂ ਡਾਕਟਰ ਹੈ, ਉਹਨੇ ਕੱਖ ਨਹੀਂ ਕਰਨਾ, ਉਹ ਜੀ ਇਹਨੂੰ ਜਾ ਕੇ ਸਾਫ਼ ਕਰਨਾ। ਠੀਕ ਹੈ ਲੈ ਆਂਦਾ, ਇੱਕ ਡਾਕਟਰ ਉੱਥੇ ਕਹਿ ਦਿੱਤਾ ਅਗਲੇ ਨੇ ਕਿ ਇਹਨੂੰ ਲੈ ਜਾਓ ਜੇ रोड। आमिर शहजाद होश में था तब? वो ठीक था, उसमें हिम्मत है, वो इतना जहाँ यानी कि उनका गैर था फिर भी ठीक था, यानी कि हमारे साथ चलता रहा, ठीक था। तो वो उधर गए ना ਅਸੀਂ ਜੇ ਰੋਡ ਗਏ ਤੇ ਉੱਥੇ ਸਰਕਾਰੀ ਹਸਪਤਾਲ ਸੀ, ਉੱਥੇ ਗਏ ਤੇ ਉਹਨਾਂ ਵੀ ਸਾਨੂੰ ਕੋਈ ਅੱਧਾ ਘੰਟਾ ਫੜਕਾਇਆ, ਨਚਾਇਆ ਨਚੂਇਆ। अच्छा, सोशल मीडिया पर देखा जा सकता है कि यही कहा जा रहा है कि 30,000 रुपए नहीं थे इनके पास, तो इलाज ਦੱਸ ਨਾ, ਉਹਨਾਂ ਜਾ ਕੇ ਲਿਖ ਦਿੱਤੇ, ਦਵਾਈਆਂ ਵੀ ਲਿਖ ਦਿੱਤੀਆਂ, ਆ ਜੀ ਟੀਕਾ ਲੈ ਆਵੋ, ਇਹ ਤੁਹਾਨੂੰ ਹੁਣ ਲਿਆਓਗੇ, ਸਵੇਰ ਲੱਗੇਗਾ। ਉਸ ਵਕਤ ਯਾਨੀ ਕਿ ਮੈਂ 30,000 ਤੇ ਜੇਬ 'ਚ ਨਹੀਂ ਹਾਂ ਪਾ ਗਿਆ। ऐसे ही है। ਮੈਨੂੰ ਤਾਂ ਇਹ ਮੈਂ ਸਰਕਾਰੀ ਹਸਪਤਾਲ ਜਾ ਕਾਹਦੇ ਵਾਸਤੇ ਬਣੇ ਕਾਹਦੇ ਵਾਸਤੇ ਭਰਾਵਾ। ਅਸੀਂ ਵੀ ਦਿਹਾੜੀ ਮੇਰੀ ਕਿੰਨੀ 1000 ਰੁਪਇਆ ਦਿਹਾੜੀ, ਠੀਕ ਹੈ, ਉਹ ਵੀ ਨਾਲ ਕੰਮ ਕਰਦਾ ਸੀ, ਮੈਂ ਨਹੀਂ ਹੈਗਾ ਮੇਰਾ ਹੀ ਨਾ ਰਹਿੰਦਾ ਸੀ, ਕੰਮ ਕਰਦਾ ਸੀ। ਲੇਕਿਨ ਤੈਨੂੰ ਪਤਾ ਹੈ ਕੋਈ ਜਿੰਨੇ ਪੈਸੇ ਹਨ ਉਵੇਂ ਖਰਚੇ ਹੋ ਜਾਂਦੇ ਬੰਦੇ, ਹੁੰਦੇ ਕਿ ਨਹੀਂ ਹੁੰਦੇ। अगर तेरी 50 गरीब आदमी करे तो करे क्या? एक मजदूरी करता हुआ बंदा जिसकी जेब में 30,000 रुपए नहीं थे, उसने सरकारी हॉस्पिटल से अपने भाई का इलाज करवाना चाहा, लेकिन हुआ कुछ यूं कि उसकी जेब तब इजाजत नहीं दी, उसकी पॉकेट ने इजाजत नहीं दी, उसके पास पैसे इतने नहीं थे को वैक्सीनेशन करवा सकता, अपने भाई को जिस कुत्ते ने काटा था उसकी वैक्सीनेशन करवा सकता। लेकिन यहाँ पे इनकी बात सुने, आपकी आंखों से आंसू आ जाएंगे। ਜ਼ਾਹਰੇ ਉਹ ਮੈਂ ਲੈ ਕੇ ਉਹਨਾਂ ਕੇ ਯਾਰ 30,000 ਦਾ ਠੀਕ ਹੈ, ਲੈ ਕੇ ਉਹ ਬਾਹਰੋਂ ਮੈਂ ਲੈ ਗਿਆ, ਪੁੱਛਿਆ ਉਸ ਟਾਈਮ ਮੇਰੇ ਜੇਬ 'ਚ ਕਮ ਸੇ ਕਮ ਜਾਂ 1000 ਹੋਏਗਾ ਜਾਂ 1500 ਹੋਏਗਾ। ਅੱਲਾ ਦੇ ਬੰਦੇ, ਜਦੋਂ ਮੈਂ ਇੱਥੋਂ ਤਹਿਸੀਲ ਹੈਡਕੁਆਟਰ ਲੈ ਕੇ ਗਿਆ, ਉੱਥੇ ਕਿਰਾਇਆ ਵੀ ਲਾ ਗਿਆ, ਉਹਦਾ ਮੂੰਹ ਵਲੇਟ ਕੇ ਖੜਿਆ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਜ਼ਖਮੀ ਹੈ। ਉਹ ਰਿਸ਼ਕੇ ਵਾਲਾ ਨਹੀਂ ਬਿਠਾਉਂਦਾ ਨਹੀਂ ਬਿਠਾਉਂਦਾ, ਕੋਈ ਮੋਟਰਸਾਈਕਲ ਵਾਲਾ ਨਹੀਂ ਬਿਠਾਉਂਦਾ, ਉਹਦੀ ਹਾਲਤ ਇਹੋ ਜੀ। ਉਸ ਤਰ੍ਹਾਂ ਠੀਕ ਸੀ, ਜ਼ਖਮ ਐਡਾ ਵੱਡਾ ਸੀ ਕਿ ਉਹ ਬੰਦਾ ਵੇਖ ਕੇ ਖੌਫ ਖਾਂਦਾ, ਘਰ ਵਾਲੇ ਖਾਣ ਡਏ, ਮਹੱਲੇ ਵਾਲੇ ਖਾਣ ਡਏ, ਤੇ ਬਾਹਰ ਜਿਹੜਾ ਜਾਂਦਾ ਬੰਦਾ ਜਿਹੜਾ ਮੋਟਰਸਾਈਕਲ ਤੇ ਬਿਠਾਉਂਦਾ, ਰਿਸ਼ਕੇ ਵਾਲਾ ਨਹੀਂ ਬਿਠਾਉਂਦਾ। बिल्कुल ऐसे ही। ਉਹਦਾ ਮੂੰਹ ਨੂੰ ਨਾ ਮਾਸਕ ਚਾੜ ਕੇ ਵਲੇਟ ਕੇ ਖੜਿਆ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਉੱਥੇ ਖੜਿਆ ਮੈਂ ਹਸਪਤਾਲ, ਤੇ ਉਹਨਾਂ ਵੀ ਕੋਈ ਇੱਧਰ ਲੱਗੀ ਫਿਰਦੀ, ਕੋਈ ਇੱਧਰ ਲੱਗੀ, ਉਹ ਗੱਲ ਹੀ ਨਹੀਂ ਸੁਣਨੀ ਹੁੰਦੀ। आपने किसी को बताया कि मेरे पास पैसे नहीं है, मैं सरकारी हॉस्पिटल में इसलिए आया हूँ अपने भाई का इलाज करवाने? ਉੱਥੇ ਤਾਂ ਸਾਰਿਆਂ ਨੂੰ ਦੱਸਿਆ, ਉਹ ਕਹਿੰਦੇ ਸਰਕਾਰੀ ਇੱਥੇ ਪੈਸੇ ਲੱਗਣੇ ਹੀ ਨਹੀਂ। ਉਹਨਾਂ ਨੇ ਵੀ ਕਿਹਾ ਯਾਰ ਮੈਂ ਸਰਕਾਰੀ ਹਸਪਤਾਲ ਹੈ, ਮੈਂ ਇੱਥੇ ਇਸ ਵਾਸਤੇ, ਇੰਨੇ ਪੈਸੇ ਨਹੀਂ ਮੇਰੇ ਕੋਲ ਹੈ। ਕਹਿੰਦੇ ਸਾਡੇ ਕੋਲ ਅੰਦਰ ਹੈ ਹੀ ਨਹੀਂ ਦਵਾਈ। उनके ये अल्फाज थे। ਹਾਂ ਉਧਰ ਹੈ ਹੀ ਨਹੀਂ ਸਾਡੇ ਕੋਲ, ਇੱਥੇ ਹਸਪਤਾਲ 'ਚ ਦਵਾਈ ਕੋਈ ਨਹੀਂ ਹੈ। मरियम नवाज साहिबा, पंजाब में आप बहुत काम कर रही हैं, मेरे सड़कें बना रही हैं आप। ਤਹਿਸੀਲ ਹੈਡਕੁਆਟਰ 'ਚ ਚਲੇ ਜਾਓ ਤਾਂ ਕਹਿਣਗੇ ਸਾਡੇ ਕੋਲ ਦਵਾਈ ਕੋਈ ਨਹੀਂ ਹੈ, ਬਾਹਰੋਂ ਲਿਆਣੀ ਪੈਂਦੀ। ਕਾਹਦੇ ਵਾਸਤੇ ਬਣਾਏ ਨੇ ਹਸਪਤਾਲ? ਚਲੋ ਗੱਲ ਤੇ ਸੁਣੋ ਅੱਛੇ ਤਰੀਕੇ ਨਾਲ, ਮਸ਼ਵਰਾ ਦੱਸ, ਸਾਨੂੰ ਇੰਨਾ ਹੀ ਦੱਸ ਛੱਡੋ ਕਿ ਇਹ ਕਿਹੜਾ ਜਰਾਸੀਮ ਨੇ, ਬੜੇ ਖਤਰਨਾਕ ਨੇ। ਅਸੀਂ ਕਿਸੇ ਕੋਲ ਭੈਣ 'ਚ ਚਵਾਨੀ ਮੰਗ ਕੇ ਕਰ ਲੈਂਦੇ ਪੈਸੇ ਕਿ 30,000 ਕਰ ਲੈਂਦੇ। ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਏਡੀ ਵੱਡੀ ਬਿਮਾਰੀ ਦੇ ਵਿੱਚ ਬੰਦੇ ਨੇ ਗੁਜ਼ਰਨਾ। आमिर शहजाद को कितने दिनों बाद आप हॉस्पिटल से घर लेके आए? ਅਸੀਂ ਦੂਸਰੇ ਤੀਸਰੇ ਦਿਨ ਹੀ ਵਾਪਸ ਆ ਗਏ ਕਿ ਜ਼ਲੀਲ ਹੋ ਕੇ। ਫਿਰ ਦਵਾਈ ਜਿਹੜੀ ਉਹਨਾਂ ਲਿਖ ਕੇ ਦਿੱਤੀ ਅਸੀਂ ਨਾਲ ਦਿੰਦੇ ਰਹੇ। घर वालों की आज भी यही अपील है कि हमारा जो आमिर शहजाद का कमरा था उसको खोल कर मुकम्मल इस पर स्प्रे की जाए, जो कि इसके अंदर जरासीम है वो ख़त्म कर दिए जाएं। जो रहने की चीज़ें हैं, अंदर बिस्तरे आपने देख लिए, फ्रिज अंदर देख लिया आपने,
वो तमाम चीज़ों पर स्प्रे करके हम इस कमरे को इस्तेमाल में ला सकें, ताकि हम अपनी ज़िंदगी है जो आइंदा ज़िंदगी आसानी से गुजार सकें। तब तक के लिए इजाज़त दीजिएगा अपने मेज़बान ज़िशान इलाही को। अल्लाह हाफ़िज़।